ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਇਸ ਤਰ੍ਹਾਂ ਹੈ। ਮਦੀਨੇ ਦੇ ਇਮਾਮਾਂ ਨਾਲ ਚਰਚਾ ਕਰਕੇ ਗੁਰੂ ਜੀ ਰੋਮ ਦੇਸ਼ ਦੇ ਸੁਲਤਾਨ ਹਮੀਦ ਕਰੂੰ ਨੂੰ ਮਿਲੇ। ਇਸ ਦੇ ਬੜੇ ਪਾਪ ਜ਼ੁਲਮ ਕਰਕੇ 40 ਗੰਜ ਦੌਲਤ ਇਕੱਠੀ ਕੀਤੀ ਹੋਈ ਸੀ। ਇਹ ਮਹਾ ਕੰਜੂਸ ਸੀ। ਇਸ ਨੇ ਕਬਰਾਂ ਵਿੱਚੋਂ ਮੁਰਦੇ ਪੁੱਟ ਕੇ ਉਹਨਾਂ ਦੇ ਮੂੰਹ ਵਿੱਚੋਂ ਵੀ ਪੈਸਾ ਕੱਢ ਲਏ ਸਨ। ਇਸ ਦਾ ਹੁਕਮ ਸੀ ਕਿ ਮੇਰੇ ਰਾਜ ਵਿੱਚ ਕੋਈ ਵੀ ਆਪਣੇ ਪਾਸ ਜਾਂ ਘਰ ਵਿੱਚ ਪੈਸਾ ਨਾ ਰੱਖੇ। ਇਹਨਾਂ ਕਾਰਨਾਂ ਕਰਕੇ ਪ੍ਰਜਾ ਬਹੁਤ ਹੀ ਦੁਖੀ ਸੀ। ਪ੍ਰਜਾ ਦਾ ਦੁੱਖ ਦੂਰ ਕਰਨ ਵਾਸਤੇ ਗੁਰੂ ਜੀ ਇਸ ਪਾਸ ਆ ਗਏ। ਇਸ ਦੇ ਮਹਿਲ ਅੱਗੇ ਬੈਠ ਕੇ ਠੀਕਰੀਆਂ ਇਕੱਠੀਆਂ ਕਰਨ ਲੱਗ ਪਏ। ਕਰੂ ਨੇ ਪੁੱਛਿਆ, ਪੀਰ ਜੀ, ਇਹਨਾਂ ਠੀਕਰੀਆਂ ਨੂੰ ਕੀ ਕਹੋਗੇ? ਗੁਰੂ ਜੀ ਨੇ ਸੁਭਾਵਕ ਬਚਨ ਕੀਤਾ, ਇਹ ਅਸੀਂ ਪਰਲੋਕ ਵਿੱਚ ਆਪਣੇ ਨਾਲ ਲੈ ਕੇ ਜਾਣ ਵਾਸਤੇ ਇਕੱਠੀਆਂ ਕਰ ਰਹੇ ਹਾਂ। ਕਰੂ ਨੇ ਕਿਹਾ, ਹੇ ਦਰਵੇਸ਼, ਇਹ ਠੀਕਰੀਆਂ ਨਾਲ ਕਿਸ ਤਰ੍ਹਾਂ ਜਾਣਗੀਆਂ? ਸਰੀਰ ਜੋ ਸਾਡੇ ਨਾਲ ਹੈ ਇਹ ਵੀ ਇੱਥੇ ਰਹਿ ਜਾਣਾ ਹੈ। ਅੰਤ ਸਮੇਂ ਇੱਕ ਤੀਲਾ ਵੀ ਨਾਲ ਨਹੀਂ ਜਾ ਪਾਏਗਾ। ਤਦ ਗੁਰੂ ਜੀ ਨੇ ਫਰਮਾਇਆ, ਹੇ ਬਾਦਸ਼ਾਹ, ਤੂੰ ਦੇਸ਼ ਵਿੱਚ ਲੋਕਾਂ 'ਤੇ ਜ਼ੁਲਮ ਕਰਕੇ ਜਿਹੜੇ ਪਾਪਾਂ ਨਾਲ 40 ਗੰਜ ਜੋੜੇ ਹਨ, ਉਹ ਤੇਰੇ ਨਾਲ ਕਿਸ ਤਰ੍ਹਾਂ ਜਾਣਗੇ? ਲੋਕਾਂ ਉੱਤੇ ਕੀਤੇ ਜ਼ੁਲਮਾਂ ਦਾ ਸਦਕਾ ਤੂੰ ਦੋਜ਼ਖਾਂ ਯਾਨੀ ਕਿ ਨਰਕਾਂ ਵਿੱਚ ਪੈ ਕੇ ਬਹੁਤ ਦੁੱਖ ਪਾਵੇਂਗਾ। ਇਹ ਤੇਰਾ ਪਾਪਾਂ ਨਾਲ ਇਕੱਠਾ ਕੀਤਾ ਹੋਇਆ ਧਨ ਤੇਰੇ ਹੋਰ ਵਾਰਸ ਲੈ ਜਾਣਗੇ ਤੇ ਤੂੰ ਦੋਜ਼ਖਾਂ ਵਿੱਚ ਪਿਆ ਤੜਫੇਂਗਾ। ਇਹ ਗੱਲ ਚੰਗੀ ਤਰ੍ਹਾਂ ਵਿਚਾਰ ਲੈ। ਜੇਕਰ ਤੂੰ ਆਪਣਾ ਭਲਾ ਚਾਹੁੰਦਾ ਹੈ ਤਾਂ ਇਹ ਪਾਪਾਂ ਦੀ ਕਮਾਈ ਗਰੀਬਾਂ ਵਿੱਚ ਵੰਡ ਦਿਓ। ਗੁਰੂ ਜੀ ਦੇ ਦਰਸ਼ਨ ਕਰਕੇ ਪ੍ਰਭਾਵਸ਼ਾਲੀ ਬਚਨ ਸੁਣ ਕੇ ਕਰੂ ਨੇ ਬੇਨਤੀ ਕੀਤੀ, ਹੈ ਅੱਲਾ ਦੇ ਪਿਆਰੇ ਦਰਵੇਸ਼, ਜੋ ਕੁਛ ਪਿੱਛੇ ਬੀਤ ਗਿਆ ਸੋ ਬੀਤ ਗਿਆ। ਹੁਣ ਤੁਸੀਂ ਮੈਨੂੰ ਉਪਦੇਸ਼ ਦਿਓ ਜਿਸ ਨਾਲ ਮੈਨੂੰ ਖੁਦਾ ਉੱਤੇ ਨਿਸ਼ਚਾ ਹੋ ਜਾਵੇ ਤੇ ਮੈਂ ਉਸ ਰਾਹ ਉੱਤੇ ਚੱਲਾਂ। ਉਸ ਦੀ ਸ਼ਰਧਾ ਪੂਰਵਕ ਬੇਨਤੀ ਸੁਣ ਕੇ ਗੁਰੂ ਜੀ ਨੇ ਇਹ ਨਸੀਹਤਨਾਮਾ ਉਚਾਰਨ ਕੀਤਾ। ਇਹ ਪ੍ਰਸਿੱਧ ਭਾਵੇਂ ਬਹੁਤ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ। ਇਹ ਨਸੀਹਤਨਾਮਾ ਇਸ ਤਰ੍ਹਾਂ ਸੀ। ਰਾਗ ਤਲੰਗ ਕੀਚੈ ਨੇਕ ਨਾਮੀ ਜੋ ਦੇਵੈ ਖੁਰਦਾਈ, ਜੋ ਦਿਸੈ ਜਿਮੀ ਪਰਸੋ ਹੋਸੀ ਫਨਾਈ, ਦਾਇਦ ਦਾ ਦੌਲਤ ਸਮੇਂ ਬੇਸ਼ੁਮਾਰ, ਨਾ रहेंगे कौड़ी ना रहेंगे हजार, दमड़ा उसी का जो खर्चै अरखाई, देवै दिलावे रजावे खुदाई, होता ना राखे अकेला ना खाई, तहकीक दिलदानी वही भीषत जाई, कीचै तवाजै ना कीचै गुमान, ना रहसी यह दुनिया ना रहसी दीवान, हाथी वै घोड़े वै लश्कर हजार, होवेंगे गर्क कुछ लागे ना बार, दुनिया का दीवाना कहे मुल्क मेरा, आई मौत सिर पर ना मेरा ना तेरा, आया अकेला अकाया चलाया, चलते वक्त कोई काम न आया, लेखा मंगीजै किया दीजै जवाब, तौबा पुकारे तो पावे अजाब, दुनिया पर किया जोर दमड़ा कमाया, खाया हंडाया अजाई गवाया, आखर पछताउणा करे हाय हाय, दरगाह गाया सो पावै सजाए, लानत है तैकू अर तैंडी कमाई, दगेबाजी करके दुनिया लूट खाई, पिए प्याला ओ खाए कबाब, देखो रो लोको जूते होते खराब, जिसका तू बंदा तिसी का सवारया, दुनिया के लालच तै साहिब विसारया, न कीती इबाबत न रखया ईमान, कीती हुकूमत पुकारे जहान, अंदर महला के बैठों तू जाए, हर मासे खैलो खुशबोई हवाए मन, पूछे न बूझे जू बाहर किया होए, हरामी गरीबों को मारे विगोए, बस्ती उजाड़ै फिर ना बसावें, कूकह पुकारै दाद ना पावै, लखोड़ी करोड़ी किए बेशुमार, ना रहेंगे करोड़ी ना रहेंगे हजार, हाकम कहावे हुकूमत ना होए, दुनिया का दीवाना फिरे मस्ता लोए, लूटे मुल्क बहुत पहरे अरखाए, दोजक की आतिश मरेगी जलाए, गर्भ स्यों न देख दुनिया के दीवाने, हमेशा न रहेगी तू ऐसी न जाने, उठावे सफ़ा उसको लागे ना बार, किसकी यह दुनिया किसके घर बार,
चंद रोज चलना, किछ पकड़ो करार ना कीचै हिरस, बहुत दुनिया के यार। शर्मिंदा ना होए कुछ नेकी कमाए, लानत का जामा पहरा के ना जाए। गफलत करूँगा तो खाओगे मार, बेटी व बेटा को लहोगे सोनासार। तौबा कर है बहुत कीचै न जोर, दोजक की आतश जलावेगी घोर। मसायक पैगंबर केते शाह खान, न दिसै जिमी पर तीनों के निशान। चलते कबूतर जानवर की छाओ, केते खाक होए को पीछे न नाओ। 40 गंज जोड़े के रखियो ईमान, देखो रे करूँ जू होते परेशान। न दानी न दुनिया व फ़ानी मुकाम, तू खुद चशम बीनी एह चलना जहान। तौबा ना कीती है करके गुनाह, नानक इस आलम से तेरी पनाह। गुरु जी दे ਇਹ ਬਚਨ ਸੁਣ ਕੇ ਕਰੂ ਦਾ ਮਨ ਪਿਘਲ ਗਿਆ। ਉਹ ਆਪਣੇ ਕੀਤੇ ਜ਼ੁਲਮ ਅਤੇ ਪਾਪਾਂ ਨੂੰ ਯਾਦ ਕਰਕੇ ਕੰਬ ਉੱਠਿਆ। ਇਸ ਭੈਭੀਤ ਹੋਈ ਦਸ਼ਾ ਵਿੱਚ ਉਸਨੇ ਗੁਰੂ ਜੀ ਨੂੰ ਕਿਹਾ ਕਿ ਮੈਂ ਧਨ ਦੇ ਲਾਲਚ ਕਰਕੇ ਤ੍ਰਿਸ਼ਨਾ ਦੀ ਨਦੀ ਵਿੱਚ ਰੁੜਦਾ ਜਾ ਰਿਹਾ ਸੀ। ਤੁਸਾਂ ਕਿਰਪਾ ਕਰਕੇ ਮੈਨੂੰ ਇਸ ਵਿੱਚੋਂ ਕੱਢਿਆ ਹੈ। ਹੁਣ ਮੈਨੂੰ ਖੁਦਾ ਦਾ ਰਸਤਾ ਦੱਸੋ, ਜਿਸ ਨੂੰ ਗ੍ਰਹਿਣ ਕਰਕੇ ਮੇਰਾ ਪਾਰ ਉਤਾਰਾ ਹੋ ਜਾਵੇ। ਉਸ ਦੀ ਸ਼ਰਧਾ ਅਤੇ ਪਛਤਾਵਾ ਵੇਖ ਕੇ ਗੁਰੂ ਜੀ ਨੇ ਕਿਹਾ, 40 ਗੰਜ ਖਜ਼ਾਨਾ ਜਿਹੜਾ ਤੂੰ ਪਾਪ ਕਰ ਕਰਕੇ ਇਕੱਠਾ ਕੀਤਾ ਹੋਇਆ ਹੈ, ਇਹ ਰੱਬ ਦੇ ਨਾਮ ਉੱਤੇ ਗਰੀਬਾਂ ਨੂੰ ਵੰਡ ਦਿਓ ਅਤੇ ਨਿਰਅਭਿਮਾਨ ਹੋ ਕੇ ਰੱਬ ਦੀ ਬੰਦਗੀ ਕਰਿਆ ਕਰੋ। ਇਸ ਨਾਲ ਤੇਰੇ ਪਾਪ ਬਖਸ਼ੇ ਜਾਣਗੇ। ਗੁਰੂ ਜੀ ਦੇ ਬਚਨ ਮੰਨ ਕੇ ਕਰੂ ਨੇ ਸਭ ਖਜ਼ਾਨੇ ਗਰੀਬਾਂ ਵਿੱਚ ਅੰਨ ਕੱਪੜੇ ਦੇ ਰੂਪ ਵਿੱਚ ਵੰਡ ਦਿੱਤੇ। ਇਸ ਨਾਲ ਸਾਰੇ ਦੇਸ਼ ਵਿੱਚ ਲੋਕਾਂ ਨੂੰ ਬੜੀ ਪ੍ਰਸੰਨਤਾ ਹੋਈ ਅਤੇ ਲੋਕ ਸੁੱਖ ਨਾਲ ਵਸਣ ਲੱਗੇ। ਕਰੂ ਨੇ ਗੁਰੂ ਜੀ ਦੇ ਚਰਨਾਂ ਦੇ ਨਮਸਕਾਰ ਕਰਕੇ ਕਿਹਾ ਕਿ ਆਪ ਨੇ ਮੈਨੂੰ ਭੁੱਲੇ ਹੋਏ ਨੂੰ ਮਾਰਗ ਪਾਇਆ ਹੈ। ਆਪ ਦੀ ਬੜੀ ਕਿਰਪਾ ਹੋਈ ਹੈ। ਤੁਸਾਂ ਸਾਰੇ ਦੇਸ਼ ਨੂੰ ਸੁਖੀ ਕਰ ਦਿੱਤਾ ਹੈ। ਕੁਝ ਦਿਨ ਉੱਥੇ ਬਿਰਾਜ ਕੇ ਕਰੂ ਨੂੰ ਨਿਹਾਲ ਕਰਕੇ ਗੁਰੂ ਜੀ ਅੱਗੇ ਨੂੰ ਚੱਲ ਪਏ। ਕਰੂ ਪਾਸੋਂ ਚੱਲ ਕੇ ਗੁਰੂ ਜੀ ਬਗਦਾਦ ਸ਼ਹਿਰ ਦੇ ਚੜ੍ਹਦੇ ਪਾਸੇ ਇੱਕ ਪਹਾੜੀ ਹੇਠਾਂ ਜਾ ਬੈਠੇ। ਇੱਥੋਂ ਦਾ ਹਾਕਮ ਬੜਾ ਕਰੜਾ ਸੀ। ਉਸਨੇ ਕਈ ਪੀਰਾਂ ਫਕੀਰਾਂ ਨੂੰ ਕਰਾਮਾਤ ਦੇਖਣ ਵਾਸਤੇ ਕੈਦ ਕੀਤਾ ਹੋਇਆ ਸੀ। ਜਦ ਗੁਰੂ ਜੀ ਨੇ ਉੱਥੇ ਗੁਰਬਰ ਅਕਾਲ ਦੀ ਬਾਂਗ ਦਿੱਤੀ ਤਾਂ ਸਾਰੇ ਸੁਣਨ ਵਾਸਤੇ ਲੋਕ ਸੁੰਨ ਹੋ ਗਏ। ਇਸ ਦਾ ਪਤਾ ਕਰਨ ਵਾਸਤੇ ਕਿ ਇਹ ਸ਼ਕਤੀਸ਼ਾਲੀ ਬਾਂਗ ਕਿਸ ਨੇ ਦਿੱਤੀ ਹੈ, ਪੀਰ ਦਸਤਗੀਰ ਨੇ ਸਮਾਧੀ ਲਾ ਕੇ ਦੇਖਿਆ ਤਾਂ ਉਸਨੂੰ ਪਤਾ ਲੱਗਾ ਕਿ ਇੱਕ ਵੱਡਾ ਮਸਤਾਨਾ ਫਕੀਰ ਹੈ ਜਿਸ ਨੇ ਇਹ ਬਾਂਗ ਦਿੱਤੀ ਹੈ। ਭਾਈ ਗੁਰਦਾਸ ਜੀ ਇਸ ਵਾਰਤਾ ਦਾ ਵਰਣਨ ਇਉਂ ਕਰਦੇ ਹਨ। ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਦਿੱਤੀ ਬਾਂਗ ਨਮਾਜ਼ ਕਰ, ਸੁਨ ਮਸਾਨ ਹੋਇਆ ਜਹਾਨਾ। ਸੁਨ ਮੁਨ ਨਗਰੀ ਭਈ ਦੇਖ, ਪੀਰ ਭਇਆ ਹੈਰਾਨਾ। ਵੇਖੈ ਧਿਆਨਾ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ। ਪੁੱਛਿਆ ਫਿਕਰੈ ਦਸਤਗੀਰ, ਕੌਣ ਫਕੀਰ ਕਿਸਕਾ ਘਰਾਨਾ। ਉਸ ਨੂੰ ਉੱਤਰ ਮਿਲਿਆ ਕਿ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕ ਪਹਿਚਾਨਾ। ਧਰਤ ਆਕਾਸ਼ ਚਹੂੰ ਦਿਸ ਜਾਨਾ। ਵਾਰ ਪਹਿਲੀ। ਜਦ ਪੀਰ ਨੂੰ ਇਹ ਪਤਾ ਲੱਗਾ ਕਿ ਇਹ ਉਹੀ ਪੀਰ ਹਨ ਜਿਨ੍ਹਾਂ ਨੇ ਮੱਕਾ ਫੇਰਿਆ ਹੈ ਅਤੇ ਮਦੀਨੇ ਦੇ ਇਮਾਮਾਂ ਨੂੰ ਚਰਚਾ ਨਾਲ ਜਿੱਤਿਆ ਹੈ, ਤਾਂ ਉਹ ਆਪ ਜੀ ਦੇ ਦਰਸ਼ਨ ਕਰਨ ਆਇਆ। ਦਸਤਗੀਰ ਨੇ ਪੁੱਛਿਆ, ਆਪ ਕਿਸ ਭੇਖ ਦੇ ਫਕੀਰ ਹੋ ਅਤੇ ਤੁਹਾਡਾ ਨਾਮ ਕੀ ਹੈ। ਮਰਦਾਨੇ ਨੇ ਕਿਹਾ, ਇਹ ਨਾਨਕ ਹੈ ਜੋ ਇੱਕ ਰੱਬ ਦੇ ਭੇਖ ਨੂੰ ਮੰਨਣ ਵਾਲਾ ਹੈ। ਇਹ ਸਾਰੇ ਆਕਾਸ਼ ਪ੍ਰਿਥਵੀ ਤੇ ਚਹੂਆਂ ਕੁੰਟਾਂ ਵਿੱਚ ਪ੍ਰਸਿੱਧ ਹੈ। ਫਿਰ ਪੀਰ ਨੇ ਹੋਰ ਕਈ ਪ੍ਰਸ਼ਨ ਉੱਤਰ ਕਰਕੇ ਪੁੱਛਿਆ ਕਿ ਤੁਸਾਂ ਜੋ ਆਪਣੀ ਕਲਾਮ ਵਿੱਚ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਆਖੇ ਹਨ, ਇਹ ਤੁਸਾਂ ਕਿਸ ਆਧਾਰ ਤੇ ਕਹੇ ਹਨ। ਸਾਡੇ ਹਜ਼ਰਤ ਸਾਹਿਬ ਨੇ 3 ਆਕਾਸ਼ ਤੇ 3 ਹੀ ਪਤਾਲ ਦੱਸੇ ਹਨ ਅਤੇ ਹਿੰਦੂ ਮਜ਼ਹਬ 7 ਆਕਾਸ਼ ਤੇ 7 ਪਤਾਲ ਮੰਨਦਾ ਹੈ। ਇਸ ਕਰਕੇ ਤੁਹਾਡਾ ਕਹਿਣਾ ਕੁਫਰ ਹੈ, ਝੂਠ ਹੈ, ਮੰਨਣ ਵਿੱਚ ਨਹੀਂ ਆ ਸਕਦਾ। ਗੁਰੂ ਜੀ ਨੇ ਕਿਹਾ, ਪੀਰ ਜੀ, ਜਿਤਨੀ ਕਿਸੇ ਨੂੰ ਸੋਝੀ ਹੋਵੇ ਉਹ ਉਤਨੀ ਹੀ ਕਹਿੰਦਾ ਹੈ।
ਸਾਨੂੰ ਕਰਤਾਰ ਨੇ ਲੱਖਾਂ ਦੀ ਸੋਝੀ ਦਿੱਤੀ ਹੈ, ਅਸੀਂ ਲੱਖ ਕਹੇ ਹਨ। ਪੀਰ ਨੇ ਕਿਹਾ, ਸਾਨੂੰ ਇਸ ਦਾ ਯਕੀਨ ਕਿਸ ਤਰ੍ਹਾਂ ਹੋਵੇ? ਗੁਰੂ ਜੀ ਨੇ ਕਿਹਾ, ਅਸੀਂ ਤੁਹਾਨੂੰ ਵਿਖਾ ਸਕਦੇ ਹਾਂ, ਤੁਸੀਂ ਸਾਡੇ ਨਾਲ ਚੱਲੋ, ਤਸੱਲੀ ਹੋ ਜਾਵੇਗੀ। ਤਦ ਗੁਰੂ ਜੀ ਨੇ ਪੀਰ ਦੇ ਪੁੱਤਰ ਨੂੰ ਕਿਹਾ ਕਿ ਅੱਖਾਂ ਮੀਟ। ਜਦ ਉਸਨੇ ਅੱਖਾਂ ਮੀਟ ਲਈਆਂ ਤਾਂ ਉਸ ਨੂੰ ਨਾਲ ਲੈ ਕੇ ਅੱਖ ਦੇ ਫੇਰ ਵਿੱਚ ਹੀ ਆਕਾਸ਼ ਵਿੱਚ ਚੜ੍ਹ ਗਏ ਅਤੇ ਲੱਖਾਂ ਹੀ ਪਤਾਲ ਵਿਖਾਏ। ਪਤਾਲਾਂ ਤੋਂ ਵਾਪਸ ਆਉਣ ਲੱਗਿਆਂ ਇੱਕ ਥਾਂ ਸੰਗਤ ਜੁੜੀ ਹੋਈ ਸੀ ਅਤੇ ਕੜਾਹ ਪ੍ਰਸ਼ਾਦ ਵਰਤ ਰਿਹਾ ਸੀ। ਉੱਥੋਂ ਗੁਰੂ ਜੀ ਨੇ ਪੀਰ ਦੇ ਪੁੱਤਰ ਨੂੰ ਇੱਕ ਕਚਕੌਲ ਯਾਨੀ ਕਿ ਮਿੱਟੀ ਦਾ ਠੂਠਾ ਕੜਾਹ ਭਰ ਕੇ ਦਿੱਤਾ ਅਤੇ ਵਾਪਸ ਪੀਰ ਪਾਸ ਆਣ ਬੈਠੇ। ਪੀਰ ਨੇ ਪੁੱਤਰ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਮੈਂ ਇਹਨਾਂ ਦੇ ਨਾਲ ਲੱਖਾਂ ਹੀ ਆਕਾਸ਼ ਤੇ ਲੱਖਾਂ ਹੀ ਪਤਾਲ ਵੇਖਦਾ ਵੇਖਦਾ ਥੱਕ ਗਿਆ ਹਾਂ, ਬੇਅੰਤ ਹੀ ਹਨ। ਉਸਨੇ ਕੜਾਹ ਪ੍ਰਸ਼ਾਦ ਦਾ ਇੱਕ ਕਚਕੌਲ ਪੀਰ ਦੇ ਅੱਗੇ ਰੱਖ ਕੇ ਆਖਿਆ ਕਿ ਇਹਨਾਂ ਦੇ ਮੁਰੀਦ ਸਾਰੇ ਹੀ ਆਕਾਸ਼ਾਂ ਤੇ ਪਤਾਲਾਂ ਵਿੱਚ ਹਨ। ਇਹ ਹਲਵਾ ਸਾਨੂੰ ਇਹਨਾਂ ਦੇ ਮੁਰੀਦਾਂ ਨੇ ਪਤਾਲਾਂ ਵਿੱਚੋਂ ਦਿੱਤਾ ਹੈ। ਸਾਰੀ ਗੱਲ ਸੁਣ ਕੇ ਪੀਰ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਖਿਮਾ ਮੰਗੀ। ਭਾਈ ਗੁਰਦਾਸ ਜੀ ਇਸ ਵਾਰਤਾ ਦਾ ਇਉਂ ਵਰਣਨ ਕਰਦੇ ਹਨ। ਪੁੱਛੇ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਆਤਾਈ, ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ। ਪਤਾਲਾਂ ਆਕਾਸ਼ ਲਖ ਉੜਕ ਭਾਲੀ ਖਬਰ ਸੁਣਾਈ। ਫੇਰ ਦਰਾਇਣ ਦਸਤਗੀਰ ਅਸੀਂ ਵੀ ਵੇਖਾ ਜੋ ਤੂੰ ਪਾਈ, ਨਾਲ ਲੀਤਾ ਬੇਟਾ ਪੀਰ ਦਾ ਅੱਖੀਂ ਮੀਟ ਗਿਆ ਹਵਾਈ। ਲੱਖ ਆਕਾਸ਼ ਪਤਾਲ ਲਖ ਅੱਖ ਫੁਰਕ ਵਿੱਚ ਸਭ ਦਿਖਲਾਈ। ਭਰ ਕਚਕੌਲ ਪ੍ਰਸ਼ਾਦ ਕਾ ਧੁਰੋਂ, ਪਤਾਲੋਂ ਲਈ ਕੜਾਹੀ, ਜ਼ਾਹਰ ਕਲਾ ਨਾ ਛਿਪੇ ਛਪਾਈ। ਇਸ ਸਥਾਨ ਤੇ ਆਪ ਜੀ ਦੀ ਯਾਦ ਵਿੱਚ ਇੱਕ ਥੜਾ ਬਣਿਆ ਹੋਇਆ ਹੈ, ਜਿਸ ਦੀ ਚਾਰ ਦੀਵਾਰੀ ਦੀ ਇੱਕ ਸਿੱਲ ਉੱਤੇ ਗੁਰੂ ਜੀ ਦਾ ਇੱਥੇ ਆਉਣਾ ਲਿਖਿਆ ਹੋਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇਸ ਕਥਾ ਵਿੱਚ ਜੇਕਰ ਤੁਹਾਨੂੰ ਕੋਈ ਭੁੱਲਣਾ ਲੱਗਦੀ ਹੈ ਤਾਂ ਦਾਸ ਨੂੰ ਮਾफ़ ਕਰਨਾ, ਅਤੇ ਜੇਕਰ ਇਹ ਕਥਾ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।